हाँ जी, जी आइਆਂ ਨੂੰ ਜੀ ਸਭ ਸੰਗਤਾਂ ਨੂੰ। ਅਸੀਂ ਅੱਜ ਸ਼ੁਰੂ ਕਰਾਂਗੇ ਪਿਛਲੇ ਪੰਜ ਬੰਦ ਜਿਹੜੇ ਸੀ ਪਿਛਲੀ ਸੰਗਤ ਚ ਪੜ੍ਹੇ ਸਨ, ਹਾਫਿਜ਼ ਬਰਖੁਰਦਾਰ ਦੀ ਮਿਰਜ਼ਾ ਸਾਹਿਬਾਂ ਤੋਂ। ਤੇ ਮੈਂ ਪੜਾਂਗਾ 96 ਤੋਂ ਤਾਹਿਰ ਖਾਨ ਦੀ ਬਰਾਤ। ਇਸ ਨਾਲ ਵਾਰ-ਵਾਰ ਅਸੀਂ 100 ਤੱਕ ਜਾਵਾਂਗੇ। ਜਸਟ ਬੰਦ ਪੜਾਂਗੇ ਤੇ ਉਹਦੇ ਬਾਅਦ ਅਸੀਂ ਰੈਗੂਲਰ ਕਲਾਸ ਸ਼ੁਰੂ ਕਰਾਂਗੇ। 96 96 ਤਾਹਿਰ ਖਾਨ ਦੀ ਬਰਾਤ। ਚੜੋ ਝੜੀਂਦੇ ਦਿਸੀ ਦਸੀਏ ਕੋੜੇ ਮੁਖ ਮਨਖ ਜਵਾਨ, ਚੌ ਤਰਫਾ ਰਾਤ ਜੰਜ ਟੁੱਖੇ ਤਾਹਿਰ ਖਾਨ, ਰੇਸ਼ਮ ਦੀਆਂ ਦੋ ਬੁੰਦੀਆਂ ਸਾਂਗੀ ਸਾਂਗ ਪਖਾਨ, ਵਾਓ ਵਾਂਗ ਸੁਰੰਗ ਹੈ ਉਹ ਦਿਨ ਪੰਜ ਕਲਿਆਣ, ਵੇਖ तमाशा हाफजा कलमा पढ़े जुबान। जी 97 किसने पढ़ना है? हाँ मैं पढ़ दिना जी। कलाम नीली चाबक मारी आई वट के जद नू लाई अलाज, हूर सां विच फरिश्तियां मैं पै गई तेरे दाज, मुंह कड़ियाला चलिया कीती रिज़्क मुताज, चढ़े तू मेरी पिठ पे करना इन्ने लाड, विच उजाड़ दे मारेओ तड़फड़ करें कबाब। मैं पढ़ देना 98। गुरदास जी पढ़ना तुसी? नहीं तुसी करो, मेरे को 101 तो गाए। ठीक है 98 जी। लै हकीकत यार दी आई तेरे वल, नहीं कोई शौक शिकार दा नहीं कोई दूजी गल, वास्ता घतनी हो रब दा कीवे माहनी चल। हाँ अमर जी तुसी पढ़ो। अगली फिर मैं पढ़ देना हैगा। जवाब मिर्जा तू ना रोवे नीलिए तू की रोने नाल, मैं फरजंदा पालियो मोना मैं ना कड्डी गाल, कत के भोरे पालियो त्रिहा खाने एक थाल। हाँ जी अगे तुसी पढ़ो। जी मैं पढ़ देना 500 कलाम मिर्जा। पंजे पुत्र खान दे तबा पंजा दी होर, चौं तो मैं निकड़ा चौहां तो मैं निकड़ा वाग पलम दी डोर, मंगू चुगदे देखते ढुक ना सकदे चोर, मैं राह मारा बादशाहां सिर ते तख्त लाहौर, चारे गुट्ठां घालियां शक्कर वांगर भोर, कोट भड़ेसा टकरी खड़ल करे सन जोर, चदर भेन लोड़ी वंदे जंज घरां वल मोड़, जा सर मेरा मुंडियां पर ना वेखी होर, वेख तमाशा हाफजा बुत उड़ीके गोर। हाँ जी अगला भी पढ़ दियो तुसी 101। जी आज ਅਸੀਂ 101 ਤੋਂ ਸ਼ੁਰੂ ਕਰਾਂਗੇ ਜੀ ਕਲਾਸ ਰੈਗੂਲਰ। हाँ जी ਇਹ ਵੀ ਪढ़ ਦਿਓ ਤੁਸੀਂ ਪढ़ ਮਕੂਲਾ ਸ਼ਾਇਰ। रल महाजन बैठ के शाहूकार कराड़, आगे पे आख दे गिदड़ा दे बथियार, युद्ध पौसी घर कीवे दे पौसी जट कुआर, चढ़ चबारे वेख सां चल सी जद तलवार। ਇਹ ਸ਼ਾਇਰ ਜਿਹੜਾ ਹੈ ਮੁਸਲਸਲ ਜਿਹੜਾ ਹੈ ਉਹ ਐਂਟੀ ਜਿਹੜੀ ਹੈ ਨਾ ਉਹ ਸਾਰਾ ਉਹਦੇ ਐਂਟੀ ਮਿਰਜ਼ਾ ਗੱਲ ਕਰ ਰਿਹਾ ਬਲਕਿ ਇਹ ਕਹਿਣਾ ਚਾਹੀਦਾ। ਮੁਹਾਜਨ ਸ਼ਾਹੂਕਾਰ ਤੇ ਕਰਾੜ ਬੜੇ ਪਾਵਰਫੁਲ ਜਿਹੜੇ ਨੇ ਕਿਸੇ ਵੀ ਪਿੰਡ ਵਿੱਚ ਜਾਂ ਕਿਸੇ ਕਸਬੇ ਵਿੱਚ ਬੜੇ ਪਾਵਰਫੁਲ ਲੋਕ ਨੇ। ਮਹਾਜਨ ਜਿਹੜੇ ਨੇ ਵੱਡੇ ਲੋਕ ਨੇ, ਸ਼ਾਹੂਕਾਰ ਅਮੀਰ। ਸ਼ਾਹੂਕਾਰ ਜਿਹੜੇ ਨੇ ਉਹ ਤੇ ਸਾਰਿਆਂ ਨੂੰ ਸਾਨੂੰ ਪਤਾ ਹੈ ਕਿ ਉਹ ਲੋਕ ਨੇ ਜਿਹੜੇ ਸੂਦ ਤੇ ਪੈਸੇ ਦਿੰਦੇ ਨੇ ਔਰ ਇਸ ਤਰ੍ਹਾਂ ਜਿਹੜੇ ਹੈ ਨੇ ਕਾਰੋਬਾਰੀ ਨੇ, ਟ੍ਰੇਡਰਸ ਨੇ। ਔਰ ਕਰਾੜ ਜਿਹੜਾ ਉਹ ਦੁਕਾਨਦਾਰ ਹੈ। ਹੱਟੀ ਸੜੇ ਕਰਾੜ ਦੀ ਜਿੱਤੇ ਨੀਵਾ ਨਿਤ ਬਲੇ, ਉਹੀ ਇਹ ਵੀ ਹਾਫਿਜ਼ ਪੀਲੂ ਦੀ ਲਾਈਨ ਹੈ। ਆ ਗਏ ਪਏ ਆਖਦੇ ਗਿੱਦੜਾਂ ਦੇ ਬਤਿਆਰ, ਬਤਿਆਰ ਮਾਨੇ ਬੱਤਾ ਦੇਣ ਵਾਲੇ।
ਔਰ ਖਰਚ ਕਰਨ ਵਾਲੇ, ਰੋਟੀ ਦੇਣ ਵਾਲੇ, ਰਿਸਕ ਦੇਣ ਵਾਲੇ। ਇਹ ਲਾਈਨ ਜਿਹੜੀ ਹੈ ਗਿੱਦੜਾਂ ਦਾ ਕਿਉਂ ਜ਼ਿਕਰ ਆਇਆ ਹੈ ਕਿ ਇਹ ਜਿਹੜੇ ਨੇ ਗਿੱਦੜਾਂ ਨੂੰ ਜਿਹੜੇ ਦੇਣ ਵਾਲੇ ਨੇ, ਪੱਤਾ ਦੇਣ ਵਾਲੇ ਜਾਂ ਉਹਨਾਂ ਨੂੰ ਖਵਾਉਣ ਵਾਲੇ, ਉਹ ਆ ਗਏ ਨੇ। ਯੁੱਧ ਪੋਸੀ ਘਰ ਖੀਵੇ ਦੇ ਹੋਸੀ ਜੱਟ ਖਵਾਰ। ਜੱਟ ਦੀ ਜਿਹੜੀ ਹੈ ਉਹ ਕਿਹਾ ਗਿਆ ਸੀ ਕਿ ਜੇ ਜੱਟ ਨਹੀਂ ਹੈ, ਇਹ ਤਾਂ ਸਿੱਧੀ ਸਿੱਧੀ ਉਹਦੇ ਗੱਲ ਹੋ ਰਹੀ ਹੈ ਮਿਰਜ਼ੇ ਦੀ ਕਿ ਉਹਦੇ ਘਰ ਯੁੱਧ ਪਏਗਾ, ਲੜਾਈ ਪਏਗੀ ਔਰ ਉਹ ਜ਼ਲੀਲ ਵਾਰ ਹੋਏਗਾ। ਚੜ ਚੁਬਾਰੇ ਵੇਖਸਾਂ ਚਲਸੀ ਜਦ ਤਲਵਾਰ। ਇਹ ਸ਼ਾਇਰ ਕਹਿ ਰਿਹਾ ਕਿ ਮੈਂ ਦੇਖਾਂਗਾ ਜਦੋਂ ਸਾਰੀ ਲੜਾਈ ਹੋਏਗੀ, ਮੈਂ ਇਹਦਾ ਗਵਾਹ ਹਾਂ, ਮੈਂ ਇਹਦਾ ਵਿਟਨੈਸ ਹਾਂ। ਔਰ ਇਹ ਸਾਰਾ ਜਿਹੜੀ ਡਿਸਟਰਕਸ਼ਨ ਹੋਣੀ ਹੈ, ਜਿਹੜੀ ਕਿਲਿੰਗ ਹੋਣੀ ਹੈ, ਉਹ ਸਾਰਾ ਕੁਝ ਜਿਹੜਾ ਮਿਰਜ਼ੇ ਨਾਲ ਵਾਪਰਨਾ ਹੈ, ਉਹ ਮੈਂ ਦੇਖਾਂ। ਹਾਂਜੀ 102 में पढ़ दें। ਨਹੀਂ ਇਹਦਾ ਤੇ ਗੱਲ ਕਰ ਲਈ ਥੋੜੀ ਜੀ। ਗੱਲ ਕਰ ਲਓ ਹਾਂ, ਉਹਦੇ ਗੱਲ ਤੇ। ਕਰ ਲਈ। अच्छा अच्छा ठीक है ठीक है। ਹਾਂਜੀ ਮੈਨੂੰ ਪਤਿਆਰ ਦਾ ਨਹੀਂ ਸਮਝ ਆਇਆ। ਰੋਟੀ ਦੇਣ ਵਾਲਾ, ਰਿਜ਼ਕ ਦੇਣ ਵਾਲਾ ਕੀ ਮਤਲਬ? ਜਿਹੜਾ ਕਿ ਕੰਮ ਆਇਆ, ਜਿਹੜਾ ਕਿ ਜਿਹੜਾ ਪਤਿਆਰ ਜਿਹੜਾ ਨਾ ਇੱਥੇ ਥੱਲੇ ਇਹਦੇ ਲਿਖਿਆ ਹੈ ਕਿ ਖਰਚ ਦੇਣ ਵਾਲਾ, ਰੋਟੀ ਦੇਣ ਵਾਲਾ। ਕੌਣ ਹੋਇਆ ਫਿਰ ਉਹ? ਇੱਕ ਹੋਰ ਜਿਹੜਾ ਇੱਕ ਨੁਸਖਾ ਹੈ ਉਹਦੇ ਵਿੱਚ ਜਿਹੜਾ ਹੈ ਪਤਿਆਰ ਬੱਤੇ ਲਈ ਜਾਣ ਵਾਲਾ ਵੀ ਹੈ ਔਰ ਖਾਜਾ ਲੈ ਕੇ ਜਾਣ ਵਾਲਾ। ਤੁਹਾਡੀ ਗੱਲ ਹੀ ਸੁਣਨੀ ਨਹੀਂ ਸੀ। ਹਾਂਜੀ ਹੁਣ ਦੱਸੋ, ਸੁਣ ਨਹੀਂ ਸੀ ਰਹੀ। ਬੱਤੇ ਦੇ ਵਿੱਚ ਜਿਹੜਾ ਹਿੱਸੇਦਾਰ ਹੈ ਔਰ ਪੱਤਾ ਜਿਹੜਾ ਲੈ ਕੇ ਜਾਣ ਵਾਲਾ ਹੈ। ਸੋ ਇਹ ਕੌਣ ਲੋਕ ਹੋਏ? ਇਹ ਕਾਮੇ ਨੇ? ਇਹ ਕੋਈ ਡਾਕਟਰ ਸਾਹਿਬ ਮੈਂ ਥੋੜੀ ਜਿਹੀ ਗੱਲ ਕਰਾਂ ਇਹਦੇ ਬਾਰੇ। ਹਾਂ ਕਰੋ। ਅੱਛਾ, ਮੈਂ ਦੇਖੋ ਮਕੂਲਾ ਸ਼ਾਇਰ ਹੈ, ਸ਼ਾਇਰ ਆਪਣੇ ਵੱਲੋਂ ਕਹਿ ਰਿਹਾ। ਔਰ ਮੇਰਾ ਖਿਆਲ ਹੈ ਜਦੋਂ ਅਸੀਂ ਇਹਨੂੰ ਕਨੈਕਟ ਕਰਦੇ ਹਾਂ ਨਾ, ਪਿੱਛੇ ਜਦੋਂ ਚੱਦੜਾਂ ਦੀ ਬਰਾਤ ਆਈ, ਢੁੱਕਣ ਦਾ ਸੀਨ ਸੀ ਸਾਰਾ, ਬਹੁਤ ਰੰਗ ਰਲੀਆਂ ਮਲੀਆਂ ਜਾ ਰਹੀਆਂ ਸੀ। ਮੇਰੇ ਖਿਆਲ ਉਹਦੀ ਹੀ ਕੰਟੀਨਿਊਏਸ਼ਨ ਜਿਹੜੀ ਸ਼ਾਇਦ ਆਪਣੇ ਦੇਖੋ 17ਵੀਂ ਸਦੀ ਦਾ ਸ਼ਾਇਰ ਹੈ ਔਰ ਉਹਨੇ ਆਪਣੇ ਸਮਾਜ ਦੇ ਬਾਰੇ ਜੋ ਆਬਜ਼ਰਵੇਸ਼ਨ ਸ਼ਾਇਰ ਨੇ ਇੱਥੇ ਪਿੱਛੇ ਹਟ ਕੇ ਦੇਖਿਆ ਉਸ ਸੀਨ ਨੂੰ, ਉਹਦੇ ਬਾਰੇ ਮੇਰਾ ਖਿਆਲ ਇਹ ਸਾਰਾ ਹੈਗਾ ਕਿ ਜਿਹੜੇ ਮਹਾਜਨ, ਸ਼ਾਹੂਕਾਰ ਤੇ ਕਰਾੜ, ਬਿਜ਼ਨਸਮੈਨ, ਸਾਰੇ ਐਲੀਟ ਕਲਾਸ ਜਿਹਨੂੰ ਕਹਿ ਸਕਦੇ ਹਾਂ, ਉਹ ਇਕੱਠੀ ਹੋਈ ਆ, ਇੱਕ ਜਗ੍ਹਾ ਹੋ ਗਏ ਨੇ। ਥੀਸ ਆਰ ਐਕਚੁਅਲੀ ਮਿਡਲਮੈਨ। ਕੋਈ ਇਹ ਪ੍ਰੋਡਿਊਸ ਨਹੀਂ ਕਰਦੇ, ਪਰ ਲੈਂਡ ਤੋਂ ਕੋਈ ਨਹੀਂ ਪ੍ਰੋਡਿਊਸ ਨਹੀਂ ਕਰਦੇ ਤੇ ਇਕੱਠੇ ਹੋ ਕੇ ਉਹ ਕਹਿੰਦੇ ਨੇ, ਉਹੀ ਐਲੀਟ ਕਲਾਸ ਕਹਿ ਰਹੀ ਆ ਕਿ ਦੇਖੋ ਆ ਗਿਆ ਹੁਣ ਗਿੱਦੜਾਂ ਦੇ ਪਤਿਆਰ। ਪਤਿਆਰ ਦਾ ਮਤਲਬ ਪੱਤੇ ਦੇਣ ਵਾਲੇ, ਜਿਹੜੇ ਕਿ ਪਾਲਣ ਵਾਲੇ ਕਹਿ ਲਓ, ਉਹ ਲੋਕ ਜਿਹੜੇ ਕਿ ਗਿੱਦੜਾਂ ਦੇ ਰਖਾਵੇਂ ਮਤਲਬ ਪਾਲਦੇ ਨੇ ਗਿੱਦੜਾਂ ਨੂੰ। ਗਿੱਦੜ ਕੌਣ ਨੇ? ਗਿੱਦੜ ਨੇ ਗਰੀਬ ਮਾੜੇ ਲੋਕ, ਜਿਹੜੇ ਖੇਤੀ ਦੇ ਨਾਲ ਸੇਪੀ ਕਰਨ ਵਾਲੇ ਲੋਕ ਨਹੀਂ ਹੁੰਦੇ, ਜਿਹੜੇ ਪੂਅਰ ਸਟ੍ਰੈਟਾ ਆਫ ਦ ਸੁਸਾਇਟੀ। ਔਰ ਜੇ ਵੈਸੇ ਵੀ ਆਪਾਂ ਦੇਖੀਏ ਨਾ, ਗਿੱਦੜ ਦਾ ਜਾਨਵਰ ਜਿਹੜਾ, ਹੁਣ ਪਤਾ ਨਹੀਂ ਪਿੰਡਾਂ 'ਚ ਅਸੀਂ ਤਾਂ ਦੇਖਿਆ, ਅਗਰ ਤੁਸੀਂ ਦੇਖਿਆ ਹੋਵੇ ਜਾਂ ਨਹੀਂ ਹੋਵੇ, ਗਿੱਦੜ ਇੱਕ ਬਹੁਤ ਹੀ ਡਰਾਕਲ ਜਿਹਾ ਜਾਨਵਰ ਹੈ। ਗਿੱਦੜ ਰਾਤ ਦੇ ਟਾਈਮ ਦੇ ਉੱਤੇ ਮਾੜੀ ਜਿਹੀ ਆਵਾਜ਼ ਵੀ ਹੋਵੇ ਉਹ ਭੱਜ ਜਾਂਦੇ ਨੇ। ਉਹਨਾਂ ਦੇ ਵਿੱਚ ਕੋਈ ਸ਼ਿਕਾਰ ਕਰਨ ਦੀ ਤਾਕਤ ਨਹੀਂ ਹੁੰਦੀ, ਉਹ ਮਰਿਆ ਸ਼ਿਕਾਰ ਖਾਣ ਵਾਲੇ ਲੋਕ ਹੁੰਦੇ ਨੇ, ਜਾਨਵਰ ਹੁੰਦੇ ਨੇ। ਔਰ ਲੈਫਟ ਓਵਰ ਜਦੋਂ ਸ਼ੇਰਾਂ ਨੇ ਕੋਈ ਮਾਰ ਦਿੱਤਾ ਜਾਂ ਕਿਸੇ ਹੋਰ ਨੇ ਮਾਰ ਦਿੱਤਾ, ਕੋਈ ਹਿਰਨ ਮਾਰ ਦਿੱਤਾ, ਜਾਂ ਲੈਫਟ ਓਵਰ ਜਿਹੜੀਆਂ ਮੀਟ ਜਾਂ ਚੀਜ਼ਾਂ ਬਚਦੀਆਂ ਨੇ, ਗਿੱਦੜ ਉਹੀ ਖਾਂਦੇ ਨੇ। ਗਿੱਦੜ ਦੇ ਵਿੱਚ, ਗਿੱਦੜ ਕਿਸੇ ਨੂੰ ਕਹਿਣਾ ਬਹੁਤ ਡਰੈਗੇਟੋਰੀ ਲਫ਼ਜ਼ ਹੈ ਐਕਚੁਅਲੀ, ਕਿ ਗਿੱਦੜ ਪੱਪੀਆਂ ਮਾਰਦਾ, ਮਤਲਬ ਤੇਰੇ 'ਚ ਕੋਈ ਹੌਸਲਾ ਜਾਂ ਬੁਲੰਦੀ ਇਹੋ ਜਿਹੀ ਚੀਜ਼ ਹੈ ਨਹੀਂ। ਸੋ ਇਹ ਗਿੱਦੜਾਂ ਨੂੰ, ਗਿੱਦੜ ਮਤਲਬ ਟੁੱਟੇ ਭੱਜੇ ਮਾੜੇ ਸਟ੍ਰੈਟਾ ਆਫ ਦ ਸੁਸਾਇਟੀ ਨੇ ਲੋਕ, ਜਿਹੜੇ ਉਹਨਾਂ ਨੂੰ ਪਾਲਣ ਵਾਲੇ ਪਤਿਆਰ ਜਿਹੜੇ ਪੱਤਾ ਦੇ ਕੇ, ਮਤਲਬ ਜਾਟੀ ਹੋ ਗਏ ਨਾ, ਜਿਹੜੇ ਉਹਨਾਂ ਨੂੰ ਸਪਾਂਸਰ ਕਰਦੇ ਨੇ। ਹੁਣ ਉਹਨਾਂ ਦੇ ਵਿੱਚ ਲੜਾਈ ਹੋਣੀ ਹੈ, ਇੱਕ ਪਾਸੇ ਚੱਦਰ ਵੀ ਨੇ ਤੇ ਇੱਥੇ ਦੇ ਲੋਕਲ ਵੀ ਨੇ, ਔਰ ਜੱਟ ਜਿਹੜੇ ਆਪਸ ਦੇ ਵਿੱਚ ਹੀ ਖੁਆਰ ਹੋਣਗੇ, ਮਰਨ ਮਾਰਨ ਹੋਏਗਾ ਇਹਨਾਂ ਦਾ ਆਪਸ ਵਿੱਚ।
ਅਖੀਰਲੀ ਲਾਈਨ 'ਚ ਕਹਿੰਦਾ ਕਿ ਚੜ੍ਹ ਚੁਬਾਰੇ ਵੇਖਾਂ। ਹੁਣ ਇਹ ਹਾਫਿਜ਼ ਕਹਿ ਰਿਹਾ ਕਿ ਜਾਂ ਤਾਂ ਖੁਦ ਆਪ ਜਾਂ ਉਹ ਅਲੀਟ ਲੋਕ ਜਿਹੜੇ ਬੜਿਆਂ ਚੁਬਾਰੇ ਦਾ ਮਤਲਬ ਵੱਡਿਆਂ ਮਹਿਲਾਂ ਦੇ ਵਿੱਚ ਬੈਠੇ ਉੱਪਰੋਂ ਦੇਖਣਗੇ ਜਦੋਂ ਤਲਵਾਰਾਂ ਹੋਣਗੀਆਂ ਕਿ ਆਪਸ ਕਿੱਦਾਂ ਇਹਨਾਂ ਦੀ ਝਪਟ ਹੋਏਗੀ। ਮੇਰਾ ਖਿਆਲ ਹੈ ਉਹਨੇ ਇਹ ਸੁਸਾਇਟੀ ਦਾ ਸਟ੍ਰੈਟਾ ਹੀ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ 3 ਲੇਅਰਸ ਆਫ ਸੁਸਾਇਟੀ ਹੈਗੀ ਹੈ। ਇੱਕ ਤਾਂ ਅਲੀਟ ਕਲਾਸ ਹੈ ਜਿਹੜੀ ਕਿ ਜਿਉਂਦੀ ਆ ਬਿਜ਼ਨਸ ਤੇ ਤਾਂ ਹੋਰਨਾਂ ਤੇ, ਦੂਸਰੇ ਨੇ ਜੱਟ ਜਾਂ ਪ੍ਰੋਡਿਊਸਰ ਲੈਂਡ ਤੇ ਜਿਹੜਾ ਕੰਮ ਕਰਦੇ ਨੇ, ਤੀਸਰੇ ਨੇ ਡਿਪੈਂਡੈਂਟ ਹੈਲਪਰਸ ਜਿਹੜੇ ਪ੍ਰੋਡਕਸ਼ਨ ਦੇ ਵਿੱਚ ਕਰਦੇ ਨੇ, ਜਿਹਨਾਂ ਨੂੰ ਉਹਨੇ ਗਿੱਦੜ ਕਿਹਾ। ਮੈਂ ਥੋੜ੍ਹਾ ਇਸ ਤਰ੍ਹਾਂ ਦੇਖਿਆ ਕਿ ਇਹਨੇ ਸੁਸਾਇਟੀ ਤੇ ਨਜ਼ਰ ਮਾਰੀ ਆ ਇਸ ਸ਼ਾਇਰ ਦੇ ਵਿੱਚ। ਮਤਲਬ ਜੱਟਾਂ ਦੀ ਹੁਣ ਦੇਖੀਏ ਕੀ ਹਾਲਤ ਹੁੰਦੀ ਆ ਆਪਸ ਵਿੱਚ, ਜਿੱਦਾਂ ਕਹਿ ਲਓ ਕਿ 2 ਸ਼ੇਰ ਇਕੱਠੇ ਹੋ ਗਏ, ਲੜਾਈ ਹੋਏਗੀ ਹੁਣ ਆਪਸ ਦੇ ਵਿੱਚ, ਦੇਖੀਏ ਕੀ ਨਜ਼ਾਰਾ ਬਣਦਾ। ਬਿਲਕੁਲ ਇਸ ਤਰ੍ਹਾਂ ਹੀ ਹੈ ਗੱਲ। ਗਿੱਦੜ ਮੇਰਾ ਖਿਆਲ ਹੈ ਇਹਨਾਂ ਨੂੰ ਆਖਿਆ ਗਿਆ ਮੁਹਾਜਨ ਔਰ ਸ਼ਾਹੂਕਾਰ ਔਰ ਕਰਾੜ ਹੈ ਜਿਹੜੇ ਲੈਫਟ ਓਵਰ ਖਾਣ ਵਾਲੇ, ਜਿਹੜੇ ਪੈਰਾਸਾਈਟ ਨੇ, ਨੇ। ਇਹ ਕਿਉਂਕਿ ਸ਼ਾਇਰ ਕਹਿ ਰਿਹਾ ਨਾ, ਇਹ ਉਹ ਲੋਕ ਆਪ ਨਹੀਂ ਕਹਿ ਰਹੇ ਆਪਣੇ ਆਪ ਨੂੰ, ਇਹ ਸ਼ਾਇਰ ਕਹਿ ਰਿਹਾ ਕਿ ਜਿਹੜੇ ਗਿੱਦੜ, ਜਿਹਨੇ ਅਮਰ ਜੀ ਨੇ ਬੜਾ ਸਹੀ ਦੱਸਿਆ ਕਿ ਲੈਫਟ ਓਵਰ ਖਾਣ ਵਾਲੇ ਜਿਹੜੇ ਨੇ ਉਹ ਹੁਣ ਕਹਿ ਰਹੇ ਨੇ ਕਿ ਜਦੋਂ ਯੁੱਧ ਪਏਗਾ ਤੇ ਉਹ ਜਾਨਵਰ ਇਕੱਠੇ ਹੋ ਜਾਂਦੇ ਨੇ ਖਾਣ ਪੀਣ ਵਾਸਤੇ, ਇੱਲਾਂ ਜਿਵੇਂ ਆ ਜਾਂਦੀਆਂ ਨੇ ਡੈਡ ਬਾਡੀ ਨੂੰ ਖਾਣ ਲਈ, ਜਾਂ ਗਿਰਜ ਆ ਜਾਂਦੇ ਨੇ। ਇਸ ਤਰ੍ਹਾਂ ਹੀ ਉਹ ਕਹਿ ਰਹੇ ਨੇ ਕਿ ਗਿੱਦੜ ਜਿਹੜੇ ਨੇ, ਜਿਹੜੇ ਲੈਫਟ ਓਵਰ ਤੇ ਪਲਣ ਵਾਲੇ ਨੇ, ਉਹ ਆ ਗਏ ਨੇ। ਕੌਣ ਨੇ ਉਹ? ਮਹਾਜਨ ਨੇ, ਸ਼ਾਹੂਕਾਰ ਨੇ, ਕਰਾੜ ਨੇ। ਮੇਰਾ ਖਿਆਲ ਇਹਨਾਂ ਇੱਕ ਤਰੀਕੇ ਨਾਲ ਇਦਾਂ ਅਸੀਂ ਸੋਚ ਸਕਦੇ ਹਾਂ ਕਿ ਜਿਹੜੇ ਹੁਣ ਗਿੱਦੜ ਨੇ, ਇਹ ਬੜੀ ਕਹਿੰਦੇ ਨੇ ਨਾ, ਜਿੱਦਾਂ ਫੌਕਸ ਜਿਹਨਾਂ ਕਹਿੰਦੇ ਨੇ ਨਾ, ਕਿ ਵੀ ਇਹ ਲੋਕ ਬੜੇ ਚਤੁਰ ਹੁੰਦੇ ਨੇ ਕਿ ਵੀ ਕੋਈ ਹੋਰ ਲੜੇਗਾ, ਕੋਈ ਹੋਰ ਮਾਰੇਗਾ, ਅਸੀਂ ਤਾਂ ਸਿਰਫ ਜਿਹੜਾ ਹੈਗਾ ਅਸੀਂ ਤਾਂ ਖਾਣਾ, ਅਸੀਂ ਮਿਹਨਤ ਨਹੀਂ ਕਰਨੀ। ਇਹਨਾਂ ਨੇ ਉਹਨਾਂ ਦੀ ਕਮਾਈ ਲੈ ਕੇ, ਜਿਹੜੇ ਕਾਸ਼ਤਕਾਰ ਨੇ ਜਾਂ ਜੱਟ ਨੇ ਜਾਂ ਜੋ ਵੀ, ਉਹਨਾਂ ਦੀ ਕਮਾਈ ਖਾਣੀ ਆ, ਆਪ ਮਿਹਨਤ ਨਹੀਂ ਕਰਨੀ, ਉਹਨਾਂ ਦੀ ਕਮਾਈ ਤੇ ਜੀਣਾ। ਸੋ ਮੈਨੂੰ ਲੱਗਦਾ ਮੇਬੀ ਵੀ ਕੈਨ ਲੁੱਕ ਐਟ ਇਟ ਇਨ ਦੈਟ ਟਰਮ ਆਲਸੋ ਐਜ਼ ਗਿੱਦੜ ਜਿਹੜੇ ਹੁੰਦੇ ਨੇ ਬੜੇ ਚਤੁਰ ਹੁੰਦੇ ਨੇ, ਬੜੇ ਚਲਾਕ ਹੁੰਦੇ ਨੇ, ਆਪ ਨਹੀਂ ਮਿਹਨਤ ਕਰਨੀ, ਲੋਕਾਂ ਦੀ ਮਿਹਨਤ ਖਾਣੀ ਇਹਨਾਂ ਨੇ ਸਾਰੀ ਉਮਰ। ਹੁਣ ਜਿੱਦਾਂ ਉੱਥੇ ਆੜਤੀ ਉੜਤੀ ਹੁੰਦੇ ਨੇ ਪਿੰਡਾਂ ਦੇ ਵਿੱਚ, ਜਿਹੜੇ ਕਾਸ਼ਤਕਾਰ ਤੇ ਵਿਚਾਰੇ ਹੁੰਦੇ ਨੇ, ਜਿਹੜੇ ਹੁੰਦੇ ਨੇ ਫਾਰਮਰਸ, ਖਾਂਦੇ ਉਹਨਾਂ ਦੀ ਮਿਹਨਤ ਦਾ ਖਾਂਦੇ ਇਹ ਸ਼ਾਹੂਕਾਰ ਨੇ। ਮੈਂ ਜਰਾ ਇੱਕ ਕਮੈਂਟ ਕਰਾਂ, ਜਿਸ ਗੱਲ ਨੂੰ ਅੱਗੇ ਵਧਾਵਾਂਗਾ। ਇੱਥੇ ਉਹ ਮਤਲਬ ਜੋ ਗੱਲ ਕੀਤੀ ਹੈ ਅਮਰਜੀਤ ਜੀ ਨੇ, ਬੀਬਾ ਜੀ ਨੇ, ਸਾਰਿਆਂ ਨੇ, ਮੈਂ ਇਹਦੇ ਇੱਕ ਹੋਰ ਪੱਖ ਉਸੇ ਡਾਇਰੈਕਸ਼ਨ ਦਿਆਂਗਾ ਕਿ ਉਹ ਅਫਕੋਰਸ ਦੱਸਦੇ ਪਏ ਨੇ ਕਿ ਵੀ ਸੁਸਾਇਟੀ ਦੇ ਜਿਹੜੇ 3 ਮੇਨ ਐਂਟਰਪ੍ਰੇਨਿਓਰ ਗਰੁੱਪ ਨੇ, ਜਿਨ੍ਹਾਂ 'ਚ ਮਹਾਜਨ ਨੇ, ਸ਼ਾਹੂਕਾਰ ਤੇ ਕਰਾੜ ਨੇ, ਉਹ ਜਿਹੜੇ ਨੇ ਉਹ ਬਿਲਕੁਲ ਸੁਸਾਇਟੀ ਨੂੰ ਇਸ ਤਰ੍ਹਾਂ ਖਾ ਰਹੇ ਨੇ ਜਿਵੇਂ ਗਿੱਦੜ ਵੇਟ ਕਰਦੇ ਨੇ ਕਿ ਸਾਰੇ ਮਰ ਮੁੱਕ ਜਾਣ ਤੇ ਅਸੀਂ ਖਾਣ ਆਈਏ। ਸੋ ਕ੍ਰਿਟੀਕਲੀ ਇੱਥੇ ਇੱਕ ਸਟੇਟਮੈਂਟ ਦੇ ਰਿਹਾ ਕਿ ਇਹ ਉਹ ਲੋਕ ਨੇ, 3 ਗਰੁੱਪ ਨੇ, ਜਿਨ੍ਹਾਂ ਕੋਲ ਜੇ ਬਹੁਤ ਸਾਰਾ ਪੈਸਾ ਵੀ ਹੈ ਔਰ ਸੁਸਾਇਟੀ ਨੂੰ ਕੰਟਰੋਲ ਵੀ ਕਰਦੇ ਪਏ ਨੇ, ਔਰ ਗਿੱਦੜਾਂ ਤਰ੍ਹਾਂ ਸੁਸਾਇਟੀ ਨੂੰ ਖਾ ਵੀ ਰਹੇ ਨੇ। ਆਪ ਕੁਛ ਨਹੀਂ ਕਰਦੇ, ਜਿਵੇਂ ਵੀਵਾ ਜੀ ਨੇ ਕਿਹਾ ਕਿ ਉਹ ਕਰਵਾ ਕੇ ਬਾਅਦ ਚੋਂ ਜਿਹੜਾ ਲੈਫਟ ਓਵਰ ਹੁੰਦਾ ਹੈ ਉਹਨੂੰ ਇੰਜੋਏ ਕਰਦੇ ਨੇ, ਐਂਡ ਦੇ ਸਟੇ ਅਨਹਾਰਮਡ, or they live on the wealth of the society, on the hard working class of the society. I think ਇੱਥੇ criticism ਕੀਤਾ ਉਹਨੇ ਜਿਹੜੀ entrepreneur class ਹੈ, ਜਿਹੜੀ business class ਹੈ, ਇੱਕ ਕਿਸਮ ਦਾ ਨਾ ਇਹ ਗਿੱਦੜਾਂ ਦੇ, ਉਹ ਬਿਲਕੁਲ ਜੀ ਹਾਂਜੀ, ਉਹਨਾਂ ਨੇ ਗਿੱਦੜ ਆਖਿਆ ਉਹਨੇ ਨਾ, ਗਿੱਦੜ ਨੇ। ਹਾਂਜੀ, ਪੜੋ ਜੀ ਅੱਗੇ 102 ਚੱਲੀਏ। 102 ਜੀ ਓਕੇ। ਮਿਰਜ਼ੇ ਦਾ ਨੀਲੀ ਨੂੰ ਬੰਨਣਾ। ਨੀਲੀ ਸਹਿਣ ਲੰਘਾਈ ਚਾ ਆਣ ਲਗਾਈ ਥਾਣ, ਪੈਣ ਅਗਾੜ ਪਛਾੜਿਆ ਲੱਗ ਪਈ ਰਾਤਬ ਖਾਨ, ਮਿਰਜ਼ੇ ਕਿੱਲੀ ਟੰਗਿਆ ਤਰਕਸ਼ ਤੀਰ ਕਮਾਨ, ਜਲਦ ਅਸਬਾਬ ਉਤਾਰਿਆ ਮੌਸਮ ਸਖਤ ਪਹਿਚਾਣ, ਮਿਰਜ਼ੇ ਕਾਸਦ ਭੇਜਿਆ ਲੜਕਾ ਵੇਖ ਨਿਦਾਨ, ਲੜਕਾ ਕਹਿੰਦਾ ਹਾਲ ਜਿਉਂ
ਭਰਦਾ ਮੀਰ ਕਲਾਣ। ਕੰਨੀ ਸੁਣ ਲਿਆ ਸਾਹਿਬਾਂ, ਲੂ ਲੂ ਪੈ ਗਈ ਜਾਨ। ਹਿੰਦੂ ਆਖੋ ਰਾਮ ਅਤੇ ਕਲਮਾ ਮੁਸਲਮਾਨ। ਹਾਂਜੀ, ਇਹ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਮਿਰਜ਼ਾ ਪਹੁੰਚ ਗਿਆ, ਇਹ ਸਾਹਿਬਾਂ ਦੇ ਘਰ ਪਹੁੰਚ ਗਿਆ। ਨੀਲੀ ਦਾ ਘੋੜਾ ਜਿਹੜਾ ਉਹਨੇ ਸੈਨ ਚੋਂ ਲਿਜਾ ਕੇ, ਥਾਨ ਮੈਨੇ ਹੁੰਦਾ ਜਿੱਥੇ ਉਹਨੂੰ ਘੋੜੇ ਨੂੰ ਬੰਨਣ ਵਾਲੀ ਜਿਹੜੀ ਜਗ੍ਹਾ ਹੈ, ਅਗਾੜ ਪਿਛਾੜ ਜਿਹੜਾ ਅੱਗੇ ਉਹਦੇ ਹੁੰਦਾ ਹੈ, ਘੋੜੀ ਨੂੰ ਜਦੋਂ ਬੰਨ੍ਹਦੇ ਨੇ ਉਹਦੇ ਤੇ ਸਾਰੀ ਤਿਆਰੀ ਕਰਦੇ ਨੇ ਬੈਠਣ ਵਾਸਤੇ। ਕੁਝ ਚੀਜ਼ਾਂ ਅੱਗੇ ਹੁੰਦੀਆਂ ਨੇ ਤੇ ਕੁਝ ਚੀਜ਼ਾਂ ਪਿੱਛੇ ਹੁੰਦੀਆਂ ਨੇ। ਰੱਸੀਆਂ ਜਿਹੜੀਆਂ ਨੇ ਉਹ ਅੱਗੇ ਜਿਹੜੀਆਂ ਬਣੀਆਂ ਨੇ, ਕੁਝ ਪਿੱਛੇ ਬਣੀਆਂ ਹੋਈਆਂ। ਔਰ ਉਹ ਨੀਲੀ ਜਿਹੜੀ ਹੈ ਉਹ ਰਾਤਬ ਜਿਹੜੀ ਘੋੜੇ ਦੀ ਖੁਰਾਕ ਹੈ ਉਹ ਖਾਣ ਲੱਗ ਪਈ ਹੈ। ਮਿਰਜ਼ੇ ਨੇ ਤੀਰ ਜਿਹੜਾ ਹੈ ਉਹ ਕਿੱਲੀ ਦੇ ਉੱਤੇ ਟੰਗਿਆ, ਅਸਬਾਬ ਜਿਹੜਾ ਸਾਮਾਨ ਉਤਾਰਿਆ। ਮੌਸਮ ਸਖਤ ਪਛਾਣ, ਸਖਤ ਮੇਰਾ ਹਾਲ ਗਰਮੀ ਦਾ ਮੌਸਮ ਹੈ, ਸ਼ਦੀਦ ਗਰਮੀ ਦਾ ਮੌਸਮ ਹੈ। ਮਿਰਜ਼ੇ ਨੇ ਕਾਸਦ ਨੂੰ ਭੇਜਿਆ, ਉਹ ਮੁੰਡਾ ਜਿਹਾ ਹੈ ਨਾਦਾਨ ਜਿਹਾ, ਔਰ ਲੜਕਾ ਕਹਿੰਦਾ ਹਾਲ ਜਿਉਂ ਕਰਦਾ। ਉਹਨੇ ਸਾਹਿਬਾਂ ਕੋਲ ਭੇਜਿਆ। ਕਲਾਨ ਮੈਨੇ ਹੈਗਾ, ਬੋਲਣਾ ਹੈਗਾ। ਕਲਿਆਣ ਵੀ ਇਹਦੇ ਤੋਂ ਅੱਛੀ, ਬੜੀ ਪਿਆਰ ਮੁਹੱਬਤ ਨਾਲ ਗੱਲ ਕਰਨਾ। ਮੀਰ ਜਿਹੜਾ, ਮੀਰ ਮਰਾਸੀ ਜਿਹੜੇ ਨੇ, ਮੀਰ ਆਲਮ ਵੀ ਕਿਹਾ ਜਾਂਦਾ ਉਹਨਾਂ ਨੂੰ ਪਿੰਡਾਂ 'ਚ। ਤੇ ਹਾਲ ਇਸ ਤਰ੍ਹਾਂ ਉਹਨੇ ਜਾ ਕੇ ਹਾਲ ਦੱਸਿਆ ਜਿਵੇਂ ਜਿਸ ਤਰ੍ਹਾਂ ਉਹ ਜਿਹੜਾ ਹੈ ਉਹ ਮਰਾਸੀ ਪੂਰੀ ਇੱਕ ਨਸਲ ਦਾ ਜਿਹੜਾ ਹੈ ਲੇਖਾ ਦੱਸਦੇ ਹੁੰਦੇ ਸਨ। ਬੜਾ ਉਹਨੇ ਬਣਾ ਸੰਵਾਰ ਕੇ ਮੁੰਡੇ ਨੇ ਜਿਹੜਾ ਕਾਸਦ ਭੇਜਿਆ ਮਿਰਜ਼ੇ ਨੇ, ਉਹਨੇ ਜਾ ਕੇ ਸਾਹਿਬਾਂ ਨੂੰ ਦੱਸਿਆ। ਕੰਨੀ ਸੁਣ ਲਿਆ ਸਾਹਿਬਾਂ, ਲੂਲੂ ਪੈ ਗਈ ਜਾਨ। ਹਿੰਦੂ ਆਖੋ ਰਾਮ ਅਤੇ ਕਲਮਾ ਮੁਸਲਮਾਨ। ਇਹ ਮੇਰਾ ਖਿਆਲ ਹੈ ਕਿ ਇਹ ਜਿਹੜੀ ਆਖਰੀ ਲਾਈਨ ਹੈ ਉਹ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਕਹਿ ਚੁੱਕੇ ਹਾਂ ਕਿ ਮੌਤ ਦੀ ਕੋਈ ਗੱਲ ਹੈ, ਜੰਗ ਦੀ ਕੋਈ ਗੱਲ ਹੈ। ਹਿੰਦੂ ਜਿਹੜੇ ਨੇ ਰਾਮ ਰਾਮ ਆਖ ਰਹੇ ਨੇ, ਮੁਸਲਮਾਨ ਕਲਮਾ ਪੜ੍ਹ ਰਹੇ ਨੇ ਕਿ ਦੇਖੋ ਕਿਹੜੀ ਆਫਤ ਆਈ, ਦੇਖੋ ਹੁਣ ਕੀ ਬਣਦਾ। ਹੁਣ ਦੋਸਤ ਜਿਹੜੇ ਨੇ ਉਹਦੇ 'ਚ ਕੋਈ ਪੁੱਛ ਸਕਦੇ ਨੇ ਕੋਈ ਸਵਾਲ ਜਵਾਬ। ਮੇਰੇ ਖਿਆਲ 'ਚ ਉਹਦੇ ਘਰ ਨਹੀਂ ਪਹੁੰਚਿਆ, ਆਪਣੀ ਭੂਆ ਦੇ ਘਰ, ਬੀਬੋ ਦੇ ਘਰ, ਕਿਉਂਕਿ ਅੱਗੇ ਬੀਬੋ ਦਾ ਵੀ ਜ਼ਿਕਰ ਹੈ ਨਾ। ਉਹਦੇ ਘਰ ਪਹੁੰਚ ਗਿਆ ਆਪਣੀ ਭੂਆ ਦੇ, ਤੇ ਉੱਥੋਂ ਇਹਨੇ ਮੁੰਡਾ ਭੇਜਿਆ ਹੈ ਦੱਸ ਕੇ ਕਿ ਮੈਂ ਆ ਗਿਆ। ਅੱਛਾ, ਸ਼ਾਇਦ ਇਹ ਵੀ ਹੋ ਸਕਦਾ, ਬਿਲਕੁਲ ਸਹੀ ਹੈ, ਅਜੇ ਘਰ ਹੀ ਹੈ। ਹਾਂ, ਹੋਰ ਇਹਦੇ 'ਚ ਕੋਈ ਗੱਲਬਾਤ ਦੇਖ ਲਓ। ਉਹ ਮੈਂ ਜੀ ਇੱਕ ਕਮੈਂਟ ਦੇਣ ਲੱਗਾ, ਜਿਵੇਂ ਲਿਖਿਆ ਨਾ, ਲੜਕਾ ਕਹਿੰਦਾ ਹਾਲ ਜਿਉਂ ਕਰਦਾ ਮੀਰ ਕਲਾਨ। ਕੰਨੀ ਸੁਣ ਲਿਆ ਸਾਹਿਬਾਨ, ਲੂਲੂ ਪੈ ਗਈ ਜਾਨ। ਗਾਲਿਬ ਦਾ ਸ਼ੇਰ है बिल्कुल ऐसे वजन थे। होलिए क्यों क्यों नामा बर के साथ साथ, होलिए क्यों ना नामा बर के साथ साथ, या इलाही पैगाम महबूब तक हम पहुंचाएं क्या। कि ਬਿਲਕੁਲ ਤੇ ਜਿਵੇਂ ਉਹ ਕਹਿੰਦੇ ਮੁੰਡੇ ਨੇ ਇੰਝ ਜਾ ਕੇ ਪੈਗਾਮ ਪਹੁੰਚਾਇਆ ਜਿਵੇਂ ਕਿ ਉਹ ਖੁਦ ਲੈ ਕੇ ਆਇਆ, ਖੁਦ ਆਇਆ ਪੈਗਾਮ ਲੈ ਕੇ। ਇੰਟਰਸਟਿੰਗ, ਬੜੀ ਸਵੀਟ ਜੀ ਗੱਲ ਦੱਸੀ ਕਿ ਬੜਾ ਨਾਦਾਨ, ਕਿਉਂਕਿ ਉਹ ਚਾਹੁੰਦਾ ਵੀ ਨਹੀਂ ਨਾ ਕਿ ਮੇਰਾ ਜਿਹੜਾ ਉਹ ਸਮਝੇ ਬੱਚਾ। ਜਿੱਦਾਂ ਇੱਥੇ ਵੀ ਅੱਜ ਕੱਲ ਮਾਡਰਨ ਟਾਈਮ 'ਚ ਵੀ ਇੱਕ ਛੋਟੇ ਜਿਹੇ ਬੱਚੇ ਨੂੰ ਵੀ ਭੇਜਦੇ ਕਿ ਜਾ ਫੜਾ ਆਇਆ ਜਾ ਕੇ। ਸੋ ਇਹ ਦਿਸ ਇਜ਼ ਵੈਰੀ ਸਵੀਟ। ਇਹ ਜਿਹੜਾ ਉਹ ਉਦੋਂ ਵੀ ਮੇਰੇ ਖਿਆਲ 'ਚ ਇਹੀ ਗੱਲ ਸੀ ਤੇ ਹੁਣ ਵੀ ਇਹੀ ਗੱਲ ਹੈ। ਛੋਟਾ ਬੱਚਾ ਕੋਲੋਂ ਪੱਲੇ ਚੀਜ਼ਾਂ ਲਾ ਨਹੀਂ ਸਕਦਾ ਨਾ, ਉਹਨੇ ਇਹ ਜਿਹੀ ਚੀਜ਼ਾਂ ਪਹੁੰਚਾ ਦੇਣੀਆਂ ਹੁੰਦੀਆਂ ਨੇ। ਅੱਛਾ, ਇੱਕ ਹੋਰ ਵੀ ਗੱਲ ਹੈ ਕਿ ਜਦੋਂ ਉਹ ਮੁੰਡਾ ਸੁਣਾਇਆ ਸਟੋਰੀ, ਮਤਲਬ ਡਿਸਕ੍ਰਿਪਸ਼ਨ ਉਹਨੇ ਕੀਤੀ ਆ, ਤੇ ਸਾਹਿਬਾਂ ਨੂੰ ਕੰਨੀ ਸੁਣ ਕੇ ਲੂ ਲੂ ਪੈ ਗਈ ਜਾਨ, ਮਤਲਬ ਜਾਨ 'ਚ ਜਾਨ ਇੱਕ ਕਿਸਮ ਦੀ ਉਹਨੂੰ ਆ ਗਈ ਆ। ਔਰ ਨਾਲ ਹੀ ਲਿਖਿਆ ਕਿ ਹਿੰਦੂ ਆਖੇ ਰਾਮ ਰਾਮ ਕਲਮਾ ਮੁਸਲਮਾਨ, ਕਿ ਉਹਨੂੰ ਇੱਕ ਕਿਸਮ ਦੀ ਉਹ ਡਰ ਵੀ ਗਈ ਆ, ਸਰਪ੍ਰਾਈਜ਼ ਵੀ ਹੋ ਗਈ ਆ ਕਿ ਇਹ ਏਡੀ ਵੱਡੀ, ਮਤਲਬ ਦਿਲ ਦੇ ਵਿੱਚ ਸਹਿਮ ਜੇ ਗਈ ਹੈ ਕਿਸਮ ਦੀ, ਰੱਬ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ। ਇਹ ਮੇਰੇ ਹਾਲ ਸ਼ਾਇਰ ਨਹੀਂ ਕਰ ਰਿਹਾ ਗੱਲ, ਆਖਰੀ ਲਾਈਨ ਜਿਹੜੀ ਹੈ ਉਹ ਸ਼ਾਇਰ ਕਰ ਰਿਹਾ। ਹਾਲਤ ਜੋ ਹੋਈ ਹੁਣ ਰੱਬ ਖੈਰ ਕਰੇ, ਹੁਣ ਕਹਿੰਦਾ ਰੱਬ ਖੈਰ ਕਰੇ। ਹਾਂ, ਉਹ ਖੁਸ਼ੀ ਹੈਗੀ ਆ, ਉਹ ਇਗਨੋਰੈਂਟ ਹੈ, ਉਹ ਖੁਸ਼ ਹੈ ਬਸ, ਰੱਬ ਖੈਰ ਕਰੇ। ਹਾਂ, ਇਹ ਸ਼ਾਇਰ ਕਹਿ ਰਿਹਾ ਕਿ ਹੁਣ ਦੇਖੋ ਕੀ ਬਣਦਾ।
ਅਸਲ 'ਚ ਉਹਨੂੰ ਮਤਲਬ ਕਿ ਜਦ ਤੱਕ ਉਹ ਪਹੁੰਚਾ ਨਹੀਂ ਸੀ ਤੇ ਇਹ ਵੀ ਤਾਂ ਧੜਕਾ ਹੋਣਾ ਕਿ ਪਤਾ ਨਹੀਂ ਉਹਨੇ ਆਉਣਾ, ਉਹਨੂੰ ਤੇ ਪਤਾ ਨਹੀਂ ਨਾ ਕਿ ਉਹ ਤੁਰ ਪਿਆ ਹੈ ਕਿ ਆ ਗਿਆ ਹੈ। ਉਹਨੂੰ ਜਦ ਤੱਕ ਉਹ ਆ ਨਹੀਂ, ਉਹਨੂੰ ਹਾਲੇ ਤਾਈਂ ਤਾਂ ਵਹਿਮ ਹੀ ਹੋਣਾ ਕਿ ਪਤਾ ਨਹੀਂ ਉਸ ਆਣਾ ਹੈ ਕਿ ਨਹੀਂ ਆਣਾ। ਸੋ ਹੁਣ ਆ ਗਿਆ ਤੇ ਉਹਦੇ ਜਾਨ 'ਚ ਜਾਨ ਪਈ ਕਿ ਸ਼ੁਕਰ ਹੈ ਉਹ ਆ ਗਿਆ। ਤੇ ਬਾਕੀ ਫਿਰ ਉਹ ਸ਼ਾਇਦ ਕਹਿ ਰਿਹਾ ਕਿ ਹੁਣ ਰੱਬ ਰੱਖਾ। ਮੈਂ ਵੈਸੇ ਬੀਬਾ ਜੀ ਅਗਲੇ ਬੰਦ ਤੋਂ ਤੇ ਇਹੀ ਲੱਗਦਾ ਕਿ ਉਹ ਆ ਗਿਆ ਹੈ। ਆ ਗਿਆ, ਹਾਂਜੀ ਹੱਥ ਆ ਗਿਆ। ਲਿਖਣੀ ਹੈ ਨਹੀਂ ਉਹ ਆ ਗਿਆ ਤੇ ਇਹਨੇ ਸ਼ੁਕਰ ਕੀ, ਪਹਿਲਾਂ ਤੇ ਉਹਨੂੰ ਇਹ ਵਹਿਮ ਹੋਣਾ ਨਾ ਕਿ ਆਏਗਾ ਕਿ ਨਹੀਂ ਆਏਗਾ, ਤੇ ਹੁਣ ਆ ਗਿਆ, ਪਤਾ ਲੱਗ ਗਿਆ ਕਿ ਉਹ ਆ ਗਿਆ, ਉਹ ਮੁੰਡੇ ਦੇ ਹੱਥੋਂ, ਉਸ ਕਾਸਤ ਦੇ ਕੋਲੋਂ ਕਿ ਆ ਗਿਆ। ਸੋ ਸ਼ੁਕਰ ਕੀਤਾ ਸੋ ਕਿ ਵੀ ਆ ਗਿਆ, ਜਾਨ ਆ ਗਈ ਉਹਦੀ ਜਾਨ 'ਚ। ਹਾਂਜੀ ਅੱਗੇ ਮੈਂ ਪੜ੍ਹਦੇ ਹਾਂ ਜੀ। ਹਾਂਜੀ। ਕਲਾਮ ਬੀਬੋ। ਖਤ ਲਿਖਣੀ ਹੈ ਭੱਜ ਕੇ ਬੂਹੇ ਬੈਠਿਆ, ਪੰਧ ਸਾਂਦਲ ਦਾ ਚੀਰਿਆ ਖੌਫ ਖਤਰ ਦਾ ਰਾਹ, ਬੱਦਾ ਤੇਰੇ ਕੋਲ ਦਾ ਮੌਤੋਂ ਬੇਪਰਵਾਹ, ਕੱਲੀ ਆ ਗਈ ਯਾਰ ਦੀ ਮੂੰਹੋਂ ਆਖ ਸੁਣਾ। ਹਾਂ ਇਹ ਜਿਹੜੀ ਬੀਬੋ ਹੈ ਨਾ, ਇਹ ਕੋਈ ਉਹਦੀ ਫੁੱਫੀ ਹੈ ਜਾਂ ਭੂਆ, ਲੇਕਿਨ ਇਹ ਮਿਰਜ਼ੇ ਦੇ ਵੀ ਰਿਸ਼ਤੇਦਾਰ ਹੈ, ਉਹਦੀ ਵੀ ਮਾਸੀ ਹੈ, ਕਿਉਂਕਿ ਰਿਸ਼ਤੇਦਾਰ ਵੀ ਹੈਗੇ ਨੇ ਮਿਰਜ਼ਾ ਤੇ ਸਾਹਿਬਾਂ ਜਿਹੜੇ ਨੇ। ਤੇ ਉਹ ਬੀਬੋ ਨੂੰ ਹੁਣ ਕਹਿ ਰਹੀ ਹੈ, ਸਾਹਿਬਾਂ ਨੂੰ ਕਹਿ ਰਹੀ ਹੈ ਕਿ ਤੂੰ ਖਤ ਨੂੰ ਪਾਇਆ ਸੀ ਕਿ ਤੂੰ ਆ, ਮੇਰਾ ਵਿਆਹ ਹੋਣ ਵਾਲਾ ਤੇ ਹੁਣ ਉਹ ਆ ਗਿਆ, ਬੂਹੇ ਬੈਠਾ ਹੀ ਆ, ਖਤ ਲਿਖਣੀ ਆ ਭੱਜ ਕੇ, ਬੜਾ ਭੱਜ ਕੇ ਤੂੰ ਖਤ ਲਿਖਿਆ ਸੀ, ਹੁਣ ਉਹ ਬੂਹੇ ਆ ਕੇ ਬੈਠ ਗਿਆ। ਪੰਧ ਸਾਂਦਲ ਦਾ ਚੀਰਿਆ, ਸਾਂਦਲ ਬਾਰ ਜਿਹੜੀ ਹੈ ਮਸ਼ਹੂਰ ਬਾਰ ਹੈ, ਦੁੱਲਾ ਭੱਟੀ ਵੀ ਸਾਂਦਲ ਬਾਰ ਦਾ ਹੀ ਸੀ। ਰਾਵੀ ਤੇ ਚਨਾਹ ਦੇ ਵਿਚਕਾਰ ਜਿਹੜਾ ਇਲਾਕਾ ਹੈ ਉਹ ਸਾਂਦਲ ਬਾਰ ਹੈ। ਜਿਵੇਂ ਸਾਰੇ ਦੋਸਤਾਂ ਨੂੰ ਪਤਾ ਹੈ ਕਿ ਅੰਗਰੇਜ਼ਾਂ ਦੇ ਆਉਣ ਤੋਂ ਪਹਿਲੇ ਪੰਜਾਬ ਜਿਹੜਾ ਹੈ ਉਹ ਬਾਰਾਂ ਦੇ ਵਿੱਚ ਵੰਡਿਆ ਹੋਇਆ ਸੀ। ਸਾਂਦਲ ਬਾਰ ਸੀ, ਨੀਲੀ ਦੀ ਬਾਰ ਸੀ, ਗੰਜੀ ਦੀ ਬਾਰ ਸੀ, ਹੋਰ ਬਾਰਾਂ ਜਿਹੜੀਆਂ ਸੀ ਉਹਦੇ ਵਿੱਚ। ਤੇ ਇਹ ਰਾਵੀ ਤੇ ਚਨਾਹ ਦੇ ਦਰਮਿਆਨ ਇਹ ਬੜੀ ਮਸ਼ਹੂਰ ਹੈ। ਉਹਨੇ ਸਾਂਦਲ ਬਾਰ ਦਾ ਪੰਧ ਕੀਤਾ ਹੈ, ਖੌਫ ਖਤਰ ਦਾ ਰਾਹ ਪੂਰਿਆ ਉਹਨੇ, ਤੇਰੇ ਕੋਲ ਦਾ ਕਰਾਰ ਦਾ ਉਹ ਪੱਕਾ ਸੀ, ਮੌਤ ਦੀ ਉਹਨੇ ਪਰਵਾਹ ਨਹੀਂ ਕੀਤੀ, ਗੱਲੀ ਆ ਗਈ ਯਾਰ ਦੀ ਮੂੰਹ ਆਖ ਸੁਣਾ, ਤੂੰ ਉਹਨੂੰ ਬੁਲਾਇਆ ਸੀ ਤੇ ਉਹ ਆ ਗਿਆ, ਤੇ ਹੁਣ ਤੂੰ ਮੂੰਹ ਉਹਨੂੰ ਬੁਲਾ ਜਾਂ ਆ ਜਾਂ ਉਹਨੂੰ ਵੈਲਕਮ ਕਹਿ, ਜੋ ਵੀ ਹੈ। ਹਾਂਜੀ ਅੱਗੇ ਕੌਣ ਪੜ੍ਹ ਰਿਹਾ? ਹਾਂਜੀ ਠੀਕ ਹੈ, ਪੜ੍ਹੋ। 104 ਜਵਾਬ ਸਾਹਿਬਾ। ਆਦਰ ਸੋਹਣੇ ਯਾਰ ਦੀ ਹੁਣ ਮੈਂ ਕੀ ਕਰਾਂ, ਥਾਲ ਭਰਾ ਚੁਗ ਮੋਤੀਆਂ ਉੱਤੇ ਨੈਣ ਧਰਾਂ। ਬਿਊਟੀਫੁਲ, ਬਹੁਤ ਸੋਹਣੀ ਲਾਈਨ, ਬੜੀ ਬਹੁਤ ਪਿਆਰੀ ਸੋਹਣੀ ਲਾਈਨ ਹੈ, ਕਿਆ ਬਾਤ ਹੈ, ਪੋਇਟਿਕ ਲਾਈਨ, ਬਹੁਤ ਪੋਇਟਿਕ। ਥਾਲ ਭਰਾ ਚੁਗ ਮੋਤੀਆਂ ਉੱਤੇ ਨੈਣ ਧਰਾਂ, ਬਹਿਵਾਂ ਜਾ ਵਿੱਚ ਜਠਾਣੀਆਂ ਉੱਥੇ ਸਗਨ ਕਰਾਂ। ਵਾਹ, ਮੈਂ ਮਿਰਜ਼ੇ ਦੀ ਵੋਟੜੀ ਮੱਕੇ ਹਜ ਕਰਾਂ, ਤੇ ਬੱਕਰਾ ਦੇਸਾਂ ਪੀਰ ਦਾ ਦਾਨਾਬਾਦ ਵੜਾਂ। ਇਹ ਬੜਾ ਖੂਬਸੂਰਤ ਬੰਦ ਹੈ ਵੈਸੇ, ਬਿਊਟੀਫੁਲ। ਉਹਦਾ ਜਿਹੜਾ ਦਾਨਾਬਾਦ ਜਾਣਾ ਨਾ ਉਹੀ ਉਹਦਾ ਹੱਜ ਹੈ। ਹਾਂਜੀ ਹਾਂਜੀ, ਵਾਹ ਵਾਹ ਵਾਹ। ਤੇ ਜੇ ਮੈਂ ਪਹੁੰਚ ਗਈ ਤੇ ਮੈਂ ਜਾ ਕੇ ਉਹਨੇ ਬੱਕਰਾ ਜਿਹੜਾ ਹੈਗਾ ਆ ਉਹ ਸੁੱਖ ਲਿਆ ਕਿ ਵੀ ਜਿਵੇਂ ਜਦ ਮੈਂ ਪਹੁੰਚ ਜਾਵਾਂਗੀ ਤੇ ਮੈਂ ਪੀਰ ਨੂੰ ਬੱਕਰਾ ਚੜਾਵਾਂ। ਇਹ ਸਾਰੀ ਲਾਈਨ ਹੀ ਸ਼ਗਨ ਦੀ ਹੈ, ਸ਼ਗਨ ਕਰ ਰਹੀ ਹੈ ਉਹ ਪੂਰੀ ਲਾਈਨਾਂ ਜਿਹੜੀਆਂ। ਉਹਦਾ ਦਿਲ ਕਰ ਰਿਹਾ ਕਿ ਮੈਂ ਬਹਿਵਾਂ ਜਾ ਵਿੱਚ ਜਠਾਣੀਆਂ ਉੱਥੇ ਸਗਨ ਕਰਾਂ। ਉਹਨੂੰ ਸਮਝ ਨਹੀਂ ਆ, ਉੱਥੇ ਉਹਦਾ ਦਿਲ ਕਰਦਾ ਕਿ ਮੈਂ ਉੱਥੇ ਮੇਰੀਆਂ ਜਠਾਣੀਆਂ ਮੇਰੇ ਆਲੇ ਦੁਆਲੇ ਹੋਣ ਤੇ ਮੇਰੇ ਸਗਨ ਕਰਨ। ਥਾਲ ਭਰਾ ਚੁਗ ਮੋਤੀਆਂ ਉੱਤੇ ਨੈਣ ਧਰਾਂ, ਮਤਲਬ ਕਿ ਉਹ ਆਪਣੀ ਮਤਲਬ ਕਿੰਨੀ ਖੁਸ਼ ਹੋ ਰਹੀ ਹੈ ਕਿ ਕਿਉਂ ਸਮਝ ਨਹੀਂ ਆ ਰਹੀ ਕਿ ਮੈਂ ਕੀ ਕਰਾਂ। ਉਹਦੇ ਖੁਸ਼ੀ ਦਾ ਇਜ਼ਹਾਰ ਹੈ ਕਿ ਮੈਨੂੰ ਉਹਨੂੰ ਸਮਝ ਨਹੀਂ ਆ ਰਹੀ ਕਿ ਮੈਂ ਕੀ ਕਰਾਂ। ਵਾਹ ਵਾਹ, ਆਦਰ ਸੋਹਣੇ ਯਾਰ ਦੀ ਹੁਣ ਮੈਂ ਕੀ ਕਰਾਂ। ਪਿਆਰਾ, ਵਾਹ ਵਾਹ ਵਾਹ, ਬੜਾ ਖੂਬਸੂਰਤ ਬੰਦ ਹੈ, ਕਮਾਲ ਕਰਦੇ ਹੋ। ਹਾਂ ਅਗਲਾ ਮੈਂ ਪੜ੍ਹਦੀ ਜੀ। ਹਾਂ ਜੀ, ਇਹ ਲਾਸਟ ਅੱਜ ਦਾ ਹੋਏਗਾ 105 ਕਿ ਮਿਲ ਗਈ ਬਾਂਗ ਰਸੂਲ ਦੀ ਕੰਨ ਆਵਾਜ਼ ਪਿਆ, ਕਲਮ ਪੜੀ ਮੋਮਨੋ ਦਿਲ ਸੀ ਕੁਫਰ ਗਿਆ, ਮਿਰਜ਼ਾ ਫੁੱਲ ਗੁਲਾਬ ਦਾ ਝੋਲੀ ਆਣ ਪਿਆ, ਕਰ ਬਿਸਮਿਲ੍ਲਾ ਸੁੰਘਿਆ ਲੂੰ ਲੂੰ ਤਾ ਗਿਆ,
चीरे वाला छोकरा अंदर कौन खला, हाँ कलेजा बुखियां मेरा कढ़ गया, मैं जाता जट फटिया मैनू फट गया, फट अज़गैब दे हाफिज़ा कौन इलाज दवा। वाह वाह वाह। इन्ना ही। ਇਹ ਵੀ ਮੇਰਾ ਖਿਆਲ ਹੈ ਮਿਰਜ਼ਾ ਸਾਹਿਬਾਂ ਹੀ ਕੰਟੀਨਿਊਸ ਹੈ, ਹਾਂਜੀ ਸਾਹਿਬਾਂ ਹੀ ਗੱਲ ਕਰ ਰਹੀ ਹੈ। ਮਿਲ ਗਈ ਬਾਂਗ ਰਸੂਲ ਦੀ ਕੰਨ ਆਵਾਜ਼ ਪਿਆ, ਸਵੇਰ ਦਾ ਟਾਈਮ ਲੱਗ ਰਿਹਾ ਮੈਨੂੰ, ਤੇ ਕਲਮਾ ਪੜਿਓ ਮੋਮਨੋ ਦਿਲ ਥੀ, ਮੈਂ ਕਲਮਾ ਪੜਿਆ ਔਰ ਜਿਹੜਾ ਕੁਫਰ ਸੀ ਉਹ ਮੇਰੇ ਦਿਲ ਤੋਂ ਖਤਮ ਹੋ ਗਿਆ। ਮਿਰਜ਼ਾ ਫੁੱਲ ਗੁਲਾਬ ਦਾ ਝੋਲੀ ਆਣ ਪਿਆ, ਬਹੁਤ ਖੂਬਸੂਰਤ ਲਾਈਨ ਹੈ, ਉਂਝ ਦੀ ਹੀ ਲਾਈਨ ਹੈ ਜਿਵੇਂ ਪਿੱਛੇ ਸੀ, ਥਾਲ ਪਰਾਂ ਚੁਗ ਮੋਤੀਆਂ ਉੱਤੇ ਨੈਣ ਤਰਾਂ। ਅੱਛਾ ਜ਼ੁਬੈਰ ਸਾਹਿਬ ਇੱਕ ਦੱਸੋ ਕਿ ਜੇ ਆਪਣੇ ਬਾਂਗ ਜਿਹੜੀ ਦਿੰਦੇ ਨੇ ਮੁਸਲਿਮ ਇਸਲਾਮ ਰਿਲੀਜਨ ਚ ਕਿਸ ਟਾਈਮ ਕੋਈ ਹੁੰਦਾ, ਸਵੇਰ ਦਾ ਹੀ ਮੌਸਮ ਮੌਕਾ ਹੁੰਦਾ? ਇਹ 5 ਟਾਈਮ ਹੈ ਨਾ ਨਮਾਜ਼, ਤੇ 5 ਅਜ਼ਾਨ ਟਾਈਮ ਹੀ ਅਜ਼ਾਨ ਨੂੰ ਬਾਂਗ ਕਹਿ ਰਿਹਾ, ਅਜ਼ਾਨ ਨੂੰ ਬਾਂਗ ਕਹਿ ਰਿਹਾ ਇੱਥੇ ਨਾ ਪੰਜਾਬੀ ਚ। ਪਰ ਫਿਰ ਇੱਥੇ ਮੈਨੂੰ ਇਸ ਤਰ੍ਹਾਂ ਲੱਗਦਾ ਮਿਲ ਗਈ ਬਾਂਗ ਰਸੂਲ ਦੀ ਕੰਨ ਆਵਾਜ਼ ਪਿਆ, ਮਤਲਬ ਕਿ ਏਦਾਂ ਲੱਗਿਆ ਕਿ ਇਹਦਾ ਇਹ ਸਾਰੀ ਸਿਚੁਏਸ਼ਨ ਚ ਐ ਹੋ ਗਿਆ ਜਿੱਦਾਂ ਕਿ ਇਹਦੇ ਵਿੱਚ ਰੱਬ ਦੀ ਰਜ਼ਾ ਜਿਹੜੀ ਹੈ ਉਹ ਉਹਨੇ ਇਜਾਜ਼ਤ ਦੇ ਦਿੱਤੀ ਹੈ ਕਿ ਵੀ ਉਹਨੇ ਇਸ ਚੀਜ਼ ਨੂੰ ਐਕਸੈਪਟ ਕਰ ਲਿਆ। ਇਹ ਮੈਨੂੰ ਏਦਾਂ ਲੱਗਦਾ ਕਿ ਵੀ ਮਿਲ ਗਈ ਬਾਂਗ ਰਸੂਲ ਦੀ ਕੰਨ ਆਵਾਜ਼ ਪਿਆ, ਕਲਮਾ ਪੜਿਓ ਮੋਮਨੋ ਦਿਲ ਥੀ ਕੁਫਰ ਗਿਆ, ਮਤਲਬ ਕਿ ਉਹਨੂੰ ਰੱਬ ਤੇ ਮਤਲਬ ਕਿ ਉਹਨੂੰ ਭਰੋਸਾ ਹੋ ਗਿਆ ਕਿ ਬਈ ਇਹਦੇ ਚ ਰੱਬ ਦੀ ਰਜ਼ਾ ਹੈਗੀ। ਮੇਰੇ ਖਿਆਲ ਪਹਿਲਾਂ ਮਤਲਬ ਕਰ ਲੈਣ ਦਿਓ ਜ਼ੁਬੈਰ ਸਾਹਿਬ ਨੂੰ, ਫਿਰ ਅੱਗੇ ਕਮੈਂਟ ਕਰਾਂਗੇ ਆਪਾਂ। ਹਾਂਜੀ। ਕਰ ਬਿਸਮਿਲ੍ਲਾ ਸੁੰਘਿਆ ਲੂਲੂ ਆ ਗਿਆ, ਲੂਲੂ ਦੇ ਅੰਦਰ ਤੱਕ, ਮੇਰੇ ਅੰਦਰ ਤੱਕ ਉਹ ਜਿਹੜਾ ਚਲਾ ਗਿਆ, ਸਰਾਇਤ ਕਰ ਗਿਆ। ਚੀਰੇ ਵਾਲਾ ਛੋਕਰਾ ਅੰਦਰ ਕੌਣ ਖਲਾ, ਚੀਰਾ ਜਿਹੜਾ ਥੱਲੇ ਲਿਖਿਆ ਕੱਪੜਾ 7-8 ਰੰਗ ਦਾ ਉੰਨਿਆ ਜਾਂਦਾ ਹੈ। ਚੀਰਾ ਜਿਹੜਾ ਉਹ ਬੜਾ ਇੱਕ ਮਸ਼ਹੂਰ ਗਾਣਾ, ਮੇਰਾ ਲੌਂਗ ਗਵਾਚਾ ਚੀਰੇ ਵਾਲਿਆ ਵੇਖਦਾ ਆਈ ਵੇ। ਉਹ ਚੀਰਾ ਜਿਹੜਾ ਸਿਰ ਦੇ ਵਿਚਕਾਰ ਜਿਹੜੀ ਚੀਰ ਕੱਢੀ ਦਾ ਵਿਚਕਾਰ, ਜਿਹੜਾ ਇੱਧਰ ਵਾਲ ਕਰ ਲੈਂਦੇ ਨੇ ਉੱਧਰ ਕਰ ਲੈਂਦੇ ਨੇ, ਉਹ ਚੀਰ ਉਹ ਵੀ ਹੈਗਾ। ਇੱਥੇ ਇਹਨਾਂ ਨੇ ਪੱਗ ਕਹੀ ਹੈ, ਕੱਪੜਾ ਪੱਗ। ਛੋਕਰਾ ਉਹੀ ਹੈ, ਮਿਰਜ਼ਾ ਹੀ ਹੈ, ਮੇਰੇ ਅੰਦਰ ਆ ਕੇ ਖੜਾ ਹੋ ਗਿਆ ਹੈ। ਹਾਂ ਜਿਹੜਾ ਹੈ ਦਿਲ ਹੈ, ਹਾਂ ਕਲੇਜਾ, ਹਾਂ ਦਿਲ, ਜਿਹੜਾ ਦਿਲ ਹੈ ਕਲੇਜਾ ਹੈ, ਔਰ ਬੁੱਕੀਆਂ ਜਿਹੜੀਆਂ ਨੇ, ਬੁੱਕੀਆਂ ਜਿਹੜੀਆਂ ਗੁਰਦੇ ਨੇ, ਮੇਰਾ ਸਭ ਕੁਝ ਉਹ ਕੱਢ ਕੇ ਲੈ ਗਿਆ। ਮੈਂ ਜਾਤਾ ਜੱਟ ਫਟਿਆ, ਫਟਿਆ ਮੈਨੇ ਜ਼ਖਮੀ ਹੋਣਾ, ਫੱਟਰ ਹੋਣਾ, ਮੈਨੂੰ ਫਟ ਗਿਆ, ਲੇਕਿਨ ਉਹ ਤੇ ਮੈਨੂੰ ਹੀ ਜ਼ਖਮ ਲਾ ਗਿਆ। ਔਰ ਫਟ ਅਜ਼ਗੈਬ ਦੇ ਹਾਫਜ਼ਾ ਕੌਣ ਇਲਾਜ ਦਵਾ, ਇਹ ਜਿਹੜਾ ਮੈਨੂੰ ਇਹ ਬਹੁਤ ਵਧੀਆ, ਬਹੁਤ ਅਜ਼ਗੈਬ ਦਾ ਜਿਹੜਾ ਖੁਦਾ ਵੱਲੋਂ ਖੁਦਾਈ ਹੈ, ਜਿਹਦਾ ਮੈਨੂੰ ਪਤਾ ਨਹੀਂ ਕਿ ਕਿੱਥੋਂ ਆਇਆ, ਉਹ ਜਿਹੜਾ ਮੈਨੂੰ ਲੱਗ ਗਿਆ, ਉਹਦਾ ਹੁਣ ਇਲਾਜ ਦਵਾ ਜਿਹੜਾ ਕੌਣ ਕਰੇਗਾ। ਜਿਹੜੀ ਗੁੱਜੀ ਸੱਟ ਲੱਗੀ ਮੈਨੂੰ, ਇਹ ਜੀ ਸਾਰੇ ਆਸਾਨ ਹੈ, ਵੈਸੇ ਕੋਈ ਅੱਡਾ ਨਹੀਂ ਇਹਦੇ ਚ। ਚੀਰੇ ਪੱਗ ਨੂੰ ਕਹਿੰਦੇ ਸਾਡੇ ਵਾਲੇ ਉੱਥੇ, ਚੀਰਾ ਜਿਹੜੇ ਚੀਰੇ ਵਾਲੇ ਜਵਾਨ ਮੁੰਡਿਆਂ ਦੀਆਂ ਪੱਗਾਂ ਜਿਹੜੀਆਂ ਹੁੰਦੀਆਂ ਨੇ ਰੰਗ ਬਰੰਗੀਆਂ, ਉਹ ਚੀਰੇ ਹੁੰਦੇ। ਚੀਰਾ ਮੇਰੇ ਖਿਆਲ ਜਿਹੜੀ ਕੋਈ ਸਪੈਸ਼ਲਟੀ ਟਾਈਪ ਖਾਸ ਤੁਸੀਂ ਪੱਗ ਜਿਹੜੀ ਸਜਾਈ ਹੈ ਨਾ, ਹੁਣ ਜਿੱਦਾਂ ਅੱਜ ਕੱਲ ਆਪਾਂ ਦਲਜੀਤ ਦੋਸਾਂਝ ਦੇ ਵੀ ਜਿਹੜੇ ਸ਼ੋਅ ਦੇਖਦੇ ਆ, ਉਹ ਪਗੜੀ ਜਿਹੜੀ ਬੰਨੀ ਹੁੰਦੀ ਉੱਪਰ ਤੁਰਰਾ ਛੱਡਿਆ ਹੁੰਦਾ ਨਾ, ਮਤਲਬ ਪਗੜੀ ਇਨ ਇਟਸੈਲਫ ਇਜ਼ ਅ ਹਾਈਲੀ ਡੈਕੋਰੇਟਿਵ ਟਾਈਪ ਆਫ ਪਗੜੀ ਨੂੰ ਚੀਰਾ ਕਹਿੰਦੇ, ਕਿ ਮਤਲਬ ਸਜਾਵਟ ਲਈ। ਔਰ ਚੀਰੇ ਜਵਾਨ ਮੁੰਡਿਆਂ ਦੇ, ਚੀਰੇ ਵਾਲਾ ਜਵਾਨ ਨੂੰ ਕਹਿੰਦੇ, ਆਈ ਡੋਂਟ ਥਿੰਕ ਇਹ 올ਡਰ ਪਰਸਨ ਨੂੰ ਕਹਿੰਦੇ ਚੀਰਾ ਵਾਲਾ, ਚੀਰੇ ਵਾਲਾ। ਡਾਕਟਰ ਸਾਹਿਬ ਨੇ ਇੱਕ ਵਾਰੀ ਇੱਕ ਕਲਾਸ ਕਿਹਾ ਸੀ ਕਿ ਜਿਹੜੀ ਚੀਰੇ ਵਾਲੀ ਪੱਗ ਹੁੰਦੀ ਨਾ, ਖਾਸ ਪੱਗ ਹੁੰਦੀ ਹੈ ਜਿਹਦਾ ਇੱਕ ਤੁੱਲਾ ਖੜਾ ਹੁੰਦਾ ਉੱਪਰ ਨਾ, ਸਿੱਧਾ ਉਹਦੇ ਨਾਲ ਲੱਗਿਆ ਹੁੰਦਾ, ਸਖਤ ਕੱਪੜਾ ਹੁੰਦਾ ਜਿਹੜਾ ਪੱਗ ਦੇ ਉੱਪਰ ਖੜਾ ਹੁੰਦਾ, ਉਸ ਪੱਗ ਨੂੰ ਚੀਰਾ ਕਹਿੰਦੇ ਨੇ। ਬਾਕੀ ਜਿਹੜੀਆਂ ਪਗੜੀਆਂ ਹੁੰਦੀਆਂ ਨੇ, ਲੇਕਿਨ ਜਿਹੜੀ ਚੀਰੇ ਵਾਲੀ ਪੱਗ ਹੈ ਸਪੈਸ਼ਲ ਪੱਗ ਹੁੰਦੀ ਹੈ। ਉਹੀ ਨਾ ਜਿਹੜੀ ਉਹੀ ਕਹਿ ਰਹੇ ਦਲਜੀਤ ਦੋਸਾਂਝ ਅੱਜ ਕੱਲ ਪਾਉਂਦਾ ਨਾ, ਉੱਤੇ ਤੁਰਲਾ ਤੇ ਪਿੱਛੇ ਉਹਦੀ ਕੀ ਕਹਿੰਦੇ ਲੜ ਕਹਿੰਦੇ, ਇੱਕ ਲੜ ਪਿੱਛੇ ਲੜ ਹੁੰਦਾ, ਉੱਤੇ ਤੁਰਲਾ ਹੁੰਦਾ। ਇਹ ਆਪਣੇ ਇਹਨਾਂ ਨੂੰ ਪਤਾ ਹੋਣਾ। ਪੁਸ਼ਪਾ ਜੀ ਤੁਸੀਂ ਦੱਸੋ ਚੀਰੇ ਦਾ।
ਤੁਹਾਨੂੰ ਪਤਾ ਹੋਣਾ। पता नहीं, ये तो मैं फोक सॉन्ग सुने हुए। ਹਾਂ सूए वे चीरे वालिया मैं कहनी हाँ, ਕਰ कर ਛਤਰੀ ਦੀ छतरी दी ਛਾਂ छां ਮੈਂ में। ਛਾਵੇਂ ਬਹਿਨੀ ਆ या ये कि तू तो आ गए हो बसंती चीरा बन के ते मापे मैनू नहीं तोड़ दे। ਤੋਰ ਦੇ इस तरह कई फोक सॉन्ग्स ने। ਪਰ ਆਈ ਥਿੰਕ ਇਟਸ ਐਸੋਸੀਏਟਡ ਵਿਦ ਅ ਯੰਗ ਮੈਨ, ਜਵਾਨ ਮੁੰਡਿਆਂ ਦੇ। ਹਾਂ ਠੀਕ ਹੈ। ਅੱਜ ਇਹ ਬਸ ਇਹ ਸੈਲਫ ਇਹ ਕਾਫੀ ਆਸਾਨ ਸੀਗਾ ਅੱਜ ਦਾ। ਮੈਨੂੰ ਇਹ ਦੋ ਲਾਈਨਾਂ ਬੜੀਆਂ ਅੱਛੀ ਲੱਗੀ। ਮੈਂ ਜ਼ਰਾ ਇੱਕ ਕਮੈਂਟ ਕਰਨਾ ਚਾਹਾਂ। ਮੈਂ ਜਾਤਾ ਜੱਟ ਫਟਿਆ, ਬੜੀ ਖੂਬਸੂਰਤ ਲਾਈਨ ਲੱਗੀ ਹੈ ਕਿ ਮੈਂ ਸਮਝਿਆ ਸੀ ਕਿ ਮੈਂ ਜੱਟ ਨੂੰ ਮੈਂ ਜ਼ਖਮੀ ਕਰਤਾ ਆਪਣੇ ਪਿਆਰ ਤੇ ਹੁਸਨ ਦੇ ਨਾਲ, ਲੇਕਿਨ ਮੇਰਾ ਤੇ ਉਲਟਾ ਹੋ ਗਿਆ। ਮੈਂ ਆਪ ਫੱਟਰ ਹੋ ਗਈ ਹਾਂ। ਮੈਂ ਤਾਂ ਸਮਝਿਆ ਸੀ ਕਿ ਮੈਂ ਜੱਟ ਨੂੰ ਫੱਟ ਕੀਤਾ ਹੈ। ਦੈਟਸ ਵੈਰੀ ਬਿਊਟੀਫੁਲ ਲਾਈਨ, ਵੈਰੀ ਬਿਊਟੀਫੁਲ। ਤੇ ਜਿਹੜੇ ਇਨਸਾਨ ਨੂੰ ਜ਼ਖਮ ਰੱਬੋਂ ਲੱਗਦੇ ਨਾ, ਉਹਦਾ ਇਲਾਜ ਕੋਈ ਨਹੀਂ ਹੁੰਦਾ, ਉਹਦੇ ਵਿੱਚ ਇੱਕ ਮੌਤ ਵੀ ਹੈ ਮੇਰਾ ਖਿਆਲ। ਦੇਖੋ ਇਸ ਤਰ੍ਹਾਂ ਦੀ ਕੋਈ ਗੱਲ ਅਖੀਰ ਤੇ ਹਾਫਿਜ਼ ਜਿਹੜਾ ਹੈਗਾ ਨਜ਼ਰ ਆ ਰਿਹਾ ਸੰਸਾਰਾਂ ਨੂੰ ਕਿ ਜਿਹੜਾ ਸ਼ਾਇਰ ਹੈ ਹਾਫਿਜ਼, ਉਹ ਆਪਣਾ ਅਖੀਰ ਤੇ ਇੱਕ ਮਕੂਲਾ ਹਰ ਸ਼ੇਰ ਹਰ ਬੰਦ ਦੇ ਐਂਡ ਤੇ ਛੱਡੀ ਜਾ ਰਿਹਾ। ਰੈਵੀਆ ਨੇ ਬੜਾ ਖੂਬਸੂਰਤ ਛੱਡਿਆ, ਬੜਾ ਇੱਕ ਕੋਟੇਸ਼ਨਲ ਜਿਹਾ ਜ਼ੁਬੈਰ ਸਾਹਿਬ ਹੈਗਾ, ਫੱਟ ਅਜ਼ਗੈਬ ਦੇ, ਕਿ ਕਿਸਮਤ ਦੇ ਫੱਟ ਜਿਹੜੇ ਨੇ ਉਹਨਾਂ ਦੇ ਇਲਾਜ ਕੋਈ ਨਹੀਂ ਹੁੰਦੇ। ਹਾਂ ਉਹ ਫਿਜ਼ੀਕਲ ਫਟ ਨਹੀਂ ਹੈ ਨਾ, ਇਹ ਹਾਂਜੀ ਉਹ ਫਿਜ਼ੀਕਲ ਫੱਟ ਨਹੀਂ ਹੈਗਾ ਨਾ, ਸਪਿਰਿਚੁਅਲ ਹੈ। ਹਾਂਜੀ ਔਰ ਅਜ਼ਗੈਬ ਦਾ ਉਹ ਕਹਿ ਰਹੀ ਹੈ ਅਜ਼ਗੈਬ। ਹਾਂਜੀ ਅਜ਼ਗੈਬ ਸਾਡਾ ਬੜਾ ਖੂਬਸੂਰਤ ਲਫ਼ਜ਼ ਹੈ ਬੜਾ ਪੰਜਾਬੀ ਦਾ। ਖੂਬਸੂਰਤ। ਵਾਰਿਸ ਸ਼ਾਹ ਨੇ ਇਹਨੂੰ ਬਹੁਤ ਵਰਤਿਆ। ਇਹਦਾ ਮੈਨੂੰ ਅੰਗਰੇਜ਼ੀ ਚ ਇਹਦਾ ਜਿਹੜਾ ਮੈਨੂੰ ਕੋਈ ਇਹਦੇ ਨੇੜੇ ਲਫ਼ਜ਼ ਲੱਗਦਾ ਨਾ, ਉਹ ਮੈਟਾਫਿਜ਼ੀਕਲ ਹੈ, ਜਾਂ ਮੈਟਾਫਿਜ਼ਿਕਸ ਹੈ, ਉਹ ਮੇਰਾ ਹੱਲ ਅਜ਼ਗੈਬ ਹੈ। ਤੇ ਉਹ ਡੈਸਟੀਨੀ ਡਾਕਟਰ ਸਾਹਿਬ ਕਹਿ ਸਕਦੇ ਜ਼ੁਬੈਰ ਸਾਹਿਬ। ਹਾਂ ਡੈਸਟੀਨੀ ਜਿਵੇਂ ਥੋਮਸ ਹਾਰਡੀ ਯੂਜ਼ ਕਰਦਾ ਵੇ ਡੈਸਟੀਨੀ ਨੂੰ। ਨਾ ਡੈਸਟੀਨੀ ਤੇ ਉਹ ਹੈ ਨਾ ਲੇਖਾ ਜਾਂ ਮੁਕੱਦਰ ਹੈ। ਹਾਂਜੀ ਇਹ ਅਜ਼ਗੈਬ ਜਿਹੜਾ ਇਹ ਰੱਬੀ ਹੈ, ਯਾਨੀ ਕਿ ਮੈਨੂੰ ਪਤਾ ਨਹੀਂ ਹੈ। ਅਜ਼ਗੈਬ ਉਹੀ ਜਿਹੜਾ ਉੱਤੋਂ ਆਇਆ ਹੈ, ਇੱਕ ਮਿਸਟਰੀ ਹੈ, ਇੱਕ ਉਹਦਾ ਭੇਤ ਹੈ। ਤੇ ਛੁਪਿਆ ਲਫ਼ਜ਼ ਜਿਹੜਾ ਜ਼ਖਮ ਹੈ ਨਾ, ਗੁੱਝਾ ਲਫ਼ਜ਼ ਗੁੱਝਿਆ ਔਰ ਸਪਿਰਿਚੁਅਲ ਹੈ ਜ਼ਿਆਦਾ ਉਹਦਾ। ਇਸ ਜਿਹੜਾ ਐਮਫੈਸਿਸ ਹੈ ਉਹ ਸਪਿਰਿਚੁਅਲ ਹੈ ਕੋਈ। ਔਰ ਜ਼ਾਹਰ ਹੈ ਇੱਕ ਐਸਾ ਫੱਟ ਹੈ ਜਿਹੜਾ ਨਜ਼ਰ ਨਹੀਂ ਉਸ ਤਰ੍ਹਾਂ ਰੂਟੀਨ ਦੇ ਵਿੱਚ ਨਹੀਂ ਲੱਗਾ ਮੈਨੂੰ, ਤੇ ਉਹਦਾ ਇਲਾਜ ਤੇ ਕਿਸੇ ਹਕੀਮ ਕੋਲ ਕੀ ਹੋਏਗਾ, ਉਹਦਾ ਕੋਈ ਇਲਾਜ ਨਹੀਂ ਹੈ। ਹਾਂਜੀ ਸਾਰੇ ਬੰਦ ਜਿਹੜੇ ਸਨ ਉਹ ਐਨ ਸਨ ਜਿਵੇਂ ਜ਼ਰਬੁਲ ਮਿਸਲ ਸਨ ਜ਼ੁਬੈਰ ਸਾਹਿਬ। ਉਹਦਾ ਇਲਾਜ ਆਹੀ ਹੈ ਕਿ ਦੋਵਾਂ ਦਾ ਮਿਲਾਪ ਹੋ ਜਾਏ, ਜਿਹੜਾ ਨਹੀਂ ਹੋਏਗਾ। ਇਹ ਗੁੱਝੇ ਲਫ਼ਜ਼ ਦੇ ਬਾਰੇ, ਗੁੱਝੇ ਜ਼ਖਮ ਬਾਰੇ ਵੀ ਲਿਖਿਆ ਨਾ ਕਿ ਮੈਂ ਦੇਖ लेता हूँ सूरत आईने में। सवेरे ਉੱਠ ਕੇ ਆਪਣੇ ਸ਼ੀਸ਼ੇ ਚ ਮੂੰਹ ਦੇਖ ਕੇ ਕਰੀਮਾ ਸ਼ੀਮਾ ਲਾਉਨੇ ਆ। देख लेता हूँ सूरत आईने में, दाग दिल का नजर नहीं आता। जाने क्या क्या नजर नहीं आता। पर दिल ਦੀਆਂ ਜੋ ਗੁੱਝੀਆਂ ਸੱਟਾਂ ਨੇ ਉਹ ਕਿੱਥੇ ਨਜ਼ਰ ਆਉਂਦੀਆਂ ਨੇ, ਔਰ ਉਹਨਾਂ ਦੇ ਕੋਈ ਇਲਾਜ ਵੀ ਹੈ ਨਹੀਂ। ਉਹ ਇੱਕ ਜਰਮਨ ਸ਼ਾਇਰ ਹੈ ਜਿਹੜਾ ਬ੍ਰੈਖਟ ਤੋਂ ਕਹਿੰਦਾ ਕਿ ਜ਼ਖਮ ਜਿਹੜਾ ਠੀਕ ਹੋ ਜਾਂਦਾ ਲੇਕਿਨ ਜ਼ਖਮ ਦਾ ਨਿਸ਼ਾਨ ਨਹੀਂ ਖਤਮ, ਨਿਸ਼ਾਨ ਬਾਕੀ ਰਹਿ ਜਾਂਦਾ। ਦਾਗ ਦਿਲ ਕਾ ਮਗਰ ਨਹੀਂ ਨਜ਼ਰ ਨਹੀਂ ਆਤਾ। ਚਲੋ ਤੁਸੀਂ ਮੇਰੇ ਖਿਆਲ ਚ ਬੰਦ ਕਰ ਦੋ ਜ਼ੁਬੈਰ ਆਪਣਾ ਸਈਦ ਸਾਹਿਬ ਰਿਕਾਰਡਿੰਗ। ਓਕੇ ਜੀ, ਸ਼ੁਕਰੀਆ ਜ਼ੁਬੈਰ ਸਾਹਿਬ।